ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ, ਛੋਟੇ ਘੁੰਮਣਾ ਵਾਲੇ। ਸਾਖੀ ਸਾਧ ਕੀ ਸੋਭਾ। ਸਰਦਾਰ ਅਜੀਤ ਸਿੰਘ ਪੰਜਾਬ ਸਰਕਾਰ ਵਿੱਚ ਉੱਚ ਅਹੁਦੇ 'ਤੇ ਨੌਕਰੀ ਕਰਦੇ ਸਨ। ਪਰਮਾਤਮਾ ਦੀ ਕਿਰਪਾ ਨਾਲ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ। 3 ਧੀਆਂ ਹਨ, ਪਰ ਪੁੱਤਰ ਕੋਈ ਨਹੀਂ। ਪੁੱਤਰ ਦੀ ਘਾਟ ਉਸਦੇ ਅੰਤਰੀਵੀ ਮਨ ਵਿੱਚ ਗਹਿਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ। ਬੜੇ ਤੀਰਥ ਨਾਤੇ, ਬੜੀਆਂ ਸੁਖਣਾ ਸੁਖੀਆਂ, ਬੜੇ ਕੀਰਤਨ ਸਰਵਣ ਕੀਤੇ, ਪਰ ਪੁੱਤਰ ਦੀ ਲੋੜ ਪੂਰੀ ਨਹੀਂ ਹੋਈ। ਕਾਰ ਸੇਵਾ ਵਾਲੇ ਬਾਬਾ ਬਸਤਾ ਸਿੰਘ ਜੀ ਨਾਲ ਇੱਕ ਵਾਰੀ ਇਸ ਗੁਰਸਿੱਖ ਦਾ ਮੇਲ ਅਲਾਦੀਨਪੁਰ ਤਰਨਤਾਰਨ ਵਿਖੇ ਹੋਇਆ। ਦੀਵਾਨ ਲੱਗਾ ਹੋਇਆ ਸੀ ਤੇ ਇੱਕ ਕਵੀ ਸਟੇਜ 'ਤੇ ਚੜ੍ਹ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਕਥਾ ਕਰਦਾ ਕਰਦਾ ਪੁੱਤਰਾਂ ਦੀ ਥੋੜ੍ਹੋਂ ਦੇ ਬਾਰੇ ਦੱਸ ਰਹੇ ਸਨ। ਇਹ ਸੁਣ ਕੇ ਗੁਰਸਿੱਖ ਦੀ ਘਰਵਾਲੀ ਦਾ ਮਨ ਵੈਰਾਗ ਵਿੱਚ ਆ ਗਿਆ। ਕੋਲ ਬੈਠੇ ਐਕਸੀਅਨ ਸਰਦਾਰ ਸੇਵਾ ਸਿੰਘ ਘੁੰਮਣ ਇਹਨਾਂ ਦੀ ਹਾਲਤ ਜਾਣ ਕੇ ਇਸ ਜੋੜੇ ਨੂੰ ਲੈ ਕੇ ਬਾਬਾ ਬਸਤਾ ਸਿੰਘ ਜੀ ਦੇ ਕੋਲ ਪੇਸ਼ ਹੋਇਆ। ਜੋੜੇ ਦੀ ਖਾਹਿਸ਼ ਜ਼ਾਹਿਰ ਕੀਤੀ। ਬਾਬਾ ਬਸਤਾ ਸਿੰਘ ਜੀ ਵੀ ਪੂਰੀ ਕਮਾਈ ਵਾਲੇ ਸੰਤ ਸਨ। ਉਹਨਾਂ ਨੇ ਬਚਨ ਕੀਤਾ, ਇਸ ਵੇਲੇ ਤੁਹਾਡੇ ਪਿੰਡਾਂ ਦੇ ਲਾਗੇ ਘੁੰਮਣਾ ਵਾਲੇ ਸੰਤ ਹੀ ਇਸ ਦਾਤ ਦੇ ਸਕਣ ਦੇ ਸਮਰੱਥ ਨੇ। ਸਰਦਾਰ ਅਜੀਤ ਸਿੰਘ ਜੀ ਹੋਣਾ ਨੇ ਇਸ ਤੋਂ ਪਹਿਲਾਂ ਵੀ ਕਦੇ ਬਾਬਾ ਜੀ ਬਾਰੇ ਸੁਣਿਆ ਤੇ ਸੀ, ਪਰ ਡੇਰੇ ਨਹੀਂ ਸੀ ਆਏ, ਤੇ ਘੁੰਮਣਾ ਵਾਲੇ ਪਾਠੀਆਂ ਸਿੰਘਾਂ ਦੇ ਵੀ ਲਗਭਗ ਵਿਰੁੱਧ ਹੀ ਬੋਲਦੇ ਸਨ ਤੇ ਅਜਿਹੇ ਬਾਬਿਆਂ ਤੋਂ ਸਦਾ ਦੂਰ ਹੀ ਰਹਿਣਾ ਚੰਗਾ ਸਮਝਦੇ ਸਨ। ਉਹ ਚੁੱਪ ਰਹੇ। 11 ਮਹੀਨੇ ਬਾਅਦ ਬਾਬਾ ਬਸਤਾ ਸਿੰਘ ਜੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਤੁਗਲਵਾਲ ਹਰਚੋਵਾਲ ਸੜਕ 'ਤੇ ਬਣ ਰਹੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਵਿੱਚ ਲੱਗੇ ਹੋਏ ਸਨ ਤਾਂ ਉਸ ਵੇਲੇ ਸਰਦਾਰ ਅਜੀਤ ਸਿੰਘ ਵੀ ਉੱਧਰੋਂ ਦੀ ਲੰਘੇ। ਸੰਤਾਂ ਨਾਲ ਮੇਲ ਹੋਇਆ। ਸੰਤ ਬਾਬਾ ਬਸਤਾ ਸਿੰਘ ਜੀ ਨੇ ਪਹਿਲਾਂ ਹੀ ਉਸ ਨੂੰ ਬਚਨ ਕੀਤਾ, ਘੁੰਮਣੀ ਨਹੀਂ ਗਏ? ਅੱਗੋਂ ਅਜੀਤ ਸਿੰਘ ਨੇ ਉੱਤਰ ਦਿੱਤਾ, ਨਹੀਂ ਜੀ, ਅਜੇ ਤਾਂ ਨਹੀਂ ਗਏ, ਉੱਥੇ ਜ਼ਰੂਰ ਜਾਓ। ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਤੁਹਾਨੂੰ ਉੱਥੇ ਜਾਣਾ ਹੀ ਪਵੇਗਾ। ਸੰਤ ਬਸਤਾ ਸਿੰਘ ਜੀ ਨੇ ਬਚਨ ਕੀਤਾ। ਘਰ ਆ ਕੇ ਸਰਦਾਰ ਅਜੀਤ ਸਿੰਘ ਨੇ ਘਰਵਾਲੀ ਨਾਲ ਗੱਲਬਾਤ ਕੀਤੀ। ਉਹ ਤਾਂ ਪਹਿਲਾਂ ਵੀ ਕਈ ਵਾਰ ਘੁੰਮਣੀ ਜਾਣਾ ਚਾਹੁੰਦੀ ਸੀ, ਪਰ ਸਰਦਾਰ ਨੇ ਨਹੀਂ ਸੀ ਜਾਣ ਦਿੱਤਾ। ਇੱਕ ਵਾਰੀ ਤਾਂ ਟਰੈਕਟਰ ਟਰਾਲੀ ਰਾਹੀਂ ਘੁੰਮਣੀ ਜਾ ਰਹੀ ਸੰਗਤ ਦੇ ਨਾਲ ਬੈਠੀ ਆਪਣੀ ਪਤਨੀ ਨੂੰ ਸਰਦਾਰ ਅਜੀਤ ਸਿੰਘ ਨੇ ਜਾਣ ਲਈ ਮਨ੍ਹਾ ਕਰ ਦਿੱਤਾ ਸੀ ਕਿ ਨਹੀਂ ਸੀ ਜਾਣ ਦਿੱਤਾ। ਜਿੱਥੇ ਵੀ ਘੁੰਮਣਾ ਵਾਲੇ ਖੰਡ ਪਾਠੀ ਪਾਠ ਕਰਦੇ, ਇਹ ਉੱਥੇ ਨਾ ਜਾਂਦਾ। ਬਾਬਾ ਬਸਤਾ ਸਿੰਘ ਜੀ ਦੇ ਦੁਬਾਰਾ ਕਹਿਣ 'ਤੇ ਅੱਜ ਇਸ ਦਾ ਮਨ ਬਦਲ ਗਿਆ, ਪਰ ਅਜੇ ਵੀ ਦੁਚਿੱਤੀ ਵਿੱਚ ਸੀ। ਪਰ ਫਿਰ ਲੰਮੀ ਸੋਚ ਵਿਚਾਰ ਪਿੱਛੋਂ ਉਸਨੇ ਘੁੰਮਣੀ ਜਾਣ ਦਾ ਮਨ ਬਣਾ ਹੀ ਲਿਆ। ਚਲੋ ਵੇਖ ਹੀ ਆਉਂਦੇ ਹਾਂ ਘੁੰਮਣੀ ਜਾ ਕੇ। ਸਕੂਟਰ 'ਤੇ ਸਵਾਰ ਹੋ ਕੇ ਦੋਵੇਂ ਪਤੀ ਪਤਨੀ ਘੁੰਮਣੀ ਡੇਰੇ ਪਹੁੰਚੇ। 14/10/1985 ਨੂੰ ਪਹਿਲੀ ਵੇਰਾਂ ਇਹ ਜੋੜਾ ਬਾਬਾ ਜੀ ਦੇ ਡੇਰੇ ਦਰਸ਼ਨਾਂ ਲਈ ਅਤੇ ਮਨ ਵਿੱਚ ਤਾਂਘ ਲੈ ਕੇ ਆਇਆ। ਡੇਰੇ ਦੇ ਵੱਡੇ ਸਾਰੇ ਵਿਹੜੇ ਵਿੱਚ ਪੱਕਾ ਫਰਸ਼ ਲੱਗਾ ਹੋਇਆ ਸੀ। ਇੱਕ ਪਾਸੇ ਲੰਬਾ ਜਿਹਾ ਇੱਕ ਕੋਠਾ ਸੀ। ਦਰਵਾਜ਼ੇ ਦੇ ਬਾਹਰ ਸੰਗਤਾਂ ਦੇ ਸਾਈਕਲ, ਸਕੂਟਰ ਤੇ ਜੋੜੇ ਆਦਿ ਪਏ ਹੋਏ ਸਨ। ਸਵੇਰ ਦੇ 10 ਕੁ ਵਜੇ ਦਾ ਸਮਾਂ ਸੀ। ਬਾਬਾ ਜੀ ਟਾਂਗੇ ਵਿੱਚ ਬੈਠੇ ਹੋਏ ਸਨ। ਕੋਲ ਹੀ ਬਾਬਾ ਜੀ ਦੇ ਧਰਮ ਪਤਨੀ ਮਾਤਾ ਅਵਤਾਰ ਕੌਰ ਜੀ ਬੈਠੇ ਹੋਏ ਸਨ। ਸ਼ਰਧਾਲੂ ਮੋਹਨ ਸਿੰਘ ਕੋਟਲਾ ਚਾਹਲ ਟਾਂਗੇ ਵਾਲੇ ਘੋੜੇ ਨੂੰ ਅੱਗੋਂ ਪਕੜ ਕੇ ਖੜਾ ਸੀ। ਬਹੁਤ ਸਾਰੇ ਸ਼ਰਧਾਲੂ ਹੱਥ ਜੋੜ ਕੇ ਆਲੇ ਦੁਆਲੇ ਖੜੇ ਸਨ। ਇੱਕ ਪਾਸੇ ਹੋ ਕੇ ਬਾਬਾ ਜੀ ਦੇ ਸ਼ਰਧਾਲੂ ਗ੍ਰੰਥੀ ਸਿੰਘ, ਕੇਵਲ ਸਿੰਘ ਖਾਨੋਵਾਲ, ਬਿੱਲਾ ਕੋਟਲੀ ਵਾਲਾ, ਮਹਿੰਦਰ ਸਿੰਘ ਸੁਚਾਨੀਆਂ ਵਾਲਾ, ਹਰਮੀਤ ਸਿੰਘ, ਟਹਿਲ ਸਿੰਘ, ਬੰਸਾ ਸਿੰਘ ਭਲਵਾਨ, ਨਿਹੰਗ, ਗਿਆਨੀ ਗੁਰਦੀਪ ਭੁੱਲਰ, ਗਿਆਨੀ ਪਿਆਰਾ ਸਿੰਘ, ਗਿਆਨੀ ਜਸਪਾਲ ਸਿੰਘ, ਗਿਆਨੀ ਕੁਲਦੀਪ ਸਿੰਘ ਆਦਿ ਗੁਰਬਾਣੀ ਦੇ ਸ਼ਬਦ ਉੱਚੀ ਉੱਚੀ ਪੜ੍ਹ ਰਹੇ ਸਨ। ਬਾਕੀ ਸੰਗਤ ਸਾਰੀ ਸ਼ਬਦ ਗਾਇਨ ਕਰ ਰਹੀ ਸੀ। ਲਗਭਗ 1.5 ਘੰਟਾ ਇਸੇ ਤਰ੍ਹਾਂ ਸ਼ਬਦ ਕੀਰਤਨ ਦਾ ਆਨੰਦ ਬਣਿਆ ਰਿਹਾ। ਬਾਬਾ ਜੀ ਨੇ ਬਚਨ ਕੀਤਾ, ਸਭ ਮਾਈ ਭਾਈ ਆਪਣੇ ਆਪਣੇ ਕੰਮਾਂ 'ਤੇ ਚਲੇ ਜਾਓ। ਸੀਸ ਝੁਕਾ ਕੇ ਸਾਰੀ ਸੰਗਤ ਥਾਂ ਥਾਈਂ ਚਲੀ ਗਈ। ਸਰਦਾਰ ਅਜੀਤ ਸਿੰਘ ਤੇ ਉਸਦੀ ਘਰਵਾਲੀ ਨੇ ਇਹ ਨਜ਼ਾਰਾ ਆਪਣੀ ਅੱਖੀਂ ਵੇਖਿਆ, ਪਰ ਅਜੀਤ ਸਿੰਘ ਨੇ ਸਿਰ ਨਹੀਂ ਝੁਕਾਇਆ।
ਘਰ ਨੂੰ ਵਾਪਸ ਚਲੇ ਗਏ। ਅਜੀਤ ਸਿੰਘ ਦੇ ਮਨ ਵਿੱਚ ਬਾਬਾ ਜੀ ਪ੍ਰਤੀ ਕਈ ਵਿਚਾਰ ਉਤਪੰਨ ਹੋਏ। ਗ੍ਰਸਤੀ ਹੈ, ਔਰਤ ਵੀ ਲਾਗੇ ਬੈਠੀ ਹੈ, ਸਾਰੇ ਸੀਸ ਝੁਕਾਉਂਦੇ ਹਨ, ਪਰ ਗੁਰਬਾਣੀ ਤੋਂ ਬਿਨਾਂ ਉੱਥੇ ਹੋਰ ਕੋਈ ਗੱਲ ਵੀ ਨਹੀਂ। ਲਗਾਤਾਰ 1.5 ਘੰਟਾ ਸਿੰਘਾਂ ਨੇ ਸ਼ਬਦ ਕੀਰਤਨ ਦਾ ਆਨੰਦ ਬਣ ਛੱਡਿਆ। ਪਤਾ ਹੀ ਨਹੀਂ ਲੱਗਾ ਇੰਨਾ ਸਮਾਂ ਕਿੱਥੇ ਲੰਘ ਗਿਆ। ਲੱਸੀ ਦੇ ਬਾਟੇ ਨਾਲ ਮਨ ਨੂੰ ਠੰਡ ਪਈ ਹੈ। ਕਈ ਤਰ੍ਹਾਂ ਦੇ ਉੱਚੇ ਨੀਵੇਂ ਵਿਚਾਰ ਉਸ ਦੇ ਮਨ ਵਿੱਚ ਉਭਰੇ। ਇੰਨੀ ਦਿਨੀ ਸਰਦਾਰ ਸੇਵਾ ਸਿੰਘ ਘੁੰਮਣ, ਕਾਰਜਕਾਰੀ ਇੰਜੀਨੀਅਰ ਨਾਲ ਸਰਦਾਰ ਅਜੀਤ ਸਿੰਘ ਦਾ ਫਿਰ ਮੇਲ ਹੋਇਆ। ਸੇਵਾ ਸਿੰਘ ਘੁੰਮਣ ਨੇ ਅਜੀਤ ਸਿੰਘ ਦਾ ਮਨ ਪੱਕਾ ਕਰ ਦਿੱਤਾ ਤੇ 4 ਕੁ ਦਿਨਾਂ ਬਾਅਦ ਦੋਵੇਂ ਪਤੀ ਪਤਨੀ ਫਿਰ ਬਾਬਾ ਜੀ ਦੇ ਡੇਰੇ ਨਿਮਾਣੇ ਹੋ ਕੇ ਆਏ। ਘਰੋਂ ਪ੍ਰਸ਼ਾਦੇ ਪਕਾ ਕੇ ਲਿਆਂਦੇ। ਖੀਰ ਦਾ ਇੱਕ ਡੋਲੂ ਵੀ ਸੀ। ਇੱਕ ਡੋਲੂ ਵਿੱਚ ਦਾਲ ਸੀ। ਪ੍ਰਸ਼ਾਦੇ ਪਕਾਉਂਦਿਆਂ ਤੇ ਦਾਲ ਰਿੰਨ੍ਹਦਿਆਂ ਦੋਵਾਂ ਜੀਆਂ ਨੇ 3 ਪਾਠ ਜਪਜੀ ਸਾਹਿਬ ਦੇ ਪੜ੍ਹੇ। ਅਜੀਤ ਸਿੰਘ ਨੇ ਅੰਮ੍ਰਿਤ ਵੇਲੇ ਹੀ 5 ਬਾਣੀਆਂ ਦਾ ਪਾਠ ਪੜ੍ਹ ਲਿਆ ਸੀ। ਦੋਵਾਂ ਦੇ ਮਨ ਵਿੱਚ ਅੱਜ ਦਵੈਤ ਨਹੀਂ। ਦੋਵਾਂ ਨੇ ਮਨ ਹੀ ਮਨ ਪੱਕੀ ਸਲਾਹ ਕੀਤੀ ਹੋਈ ਹੈ ਕਿ ਕਹਿੰਦੇ ਨੇ ਬਾਬਾ ਬ੍ਰਹਮ ਗਿਆਨੀ ਹੈ। ਜੇ ਬ੍ਰਹਮ ਗਿਆਨੀ ਹੈ ਤਾਂ ਮੂੰਹੋਂ ਅਸਾਂ ਕੁਝ ਨਹੀਂ ਬੋਲਣਾ। ਸਾਡੇ ਦਿਲ ਦੀ ਪੀੜ ਬੁੱਝ ਲਏਗਾ ਤਾਂ ਅਸੀਂ ਸਮਝਾਂਗੇ ਕਿ ਘੁੰਮਣਾ ਵਾਲਾ ਠੀਕ ਹੀ ਬ੍ਰਹਮ ਗਿਆਨੀ ਹੈ। ਮਨ ਵਿੱਚ ਇਹ ਪੱਕੀ ਧਾਰਨਾ ਧਾਰ ਕੇ ਸਰਦਾਰ ਅਜੀਤ ਸਿੰਘ ਤੇ ਉਸ ਦੀ ਪਤਨੀ ਬਾਬਾ ਜੀ ਦੇ ਡੇਰੇ ਪਹੁੰਚੇ। ਦੁਪਹਿਰ ਦਾ ਸਮਾਂ ਸੀ। ਭਗਤ ਬਾਣੀ ਸਟੀਕ ਦੇ ਪਾਠ ਚੱਲ ਰਹੇ ਸਨ। ਭਾਰੀ ਸੰਗਤ ਬੈਠੀ ਹੋਈ ਸੀ। ਅਜੀਤ ਸਿੰਘ ਤੇ ਉਸ ਦੀ ਪਤਨੀ ਵੀ ਸਿਰ ਝੁਕਾ ਕੇ ਸੰਗਤ ਨੂੰ ਨਮਸਕਾਰ ਕਰਕੇ ਲੰਗਰ ਬਾਬਾ ਜੀ ਦੇ ਅੱਗੇ ਰੱਖ ਕੇ ਸੰਗਤ ਵਿੱਚ ਬੈਠ ਗਏ। ਸੰਤ ਜੀ ਦੇ ਹੁਕਮ ਨਾਲ ਜੁੜੀ ਸੰਗਤ ਵਿੱਚ ਲੰਗਰ ਤੇ ਲੱਸੀ ਦੇ ਗੱਫੇ ਵਰਤੇ। ਇਹ ਸ਼ਰਧਾਲੂ ਜੋੜਾ ਬਾਬਾ ਜੀ ਵੱਲ ਲਗਾਤਾਰ ਟਿਕਟਿਕੀ ਲਗਾ ਕੇ ਵੇਖ ਰਿਹਾ ਸੀ। ਸੰਤ ਜੀ ਨੇ ਬਚਨ ਕੀਤਾ, ਪੋਤੀ ਹੁਣ ਹੋਰ ਕੋਈ ਪੜ੍ਹੋ। ਕੁਝ ਚਿਰ ਬੈਠਣ ਉਪਰੰਤ ਅਜੀਤ ਸਿੰਘ ਤੇ ਉਸ ਦੀ ਪਤਨੀ ਉੱਠਣ ਲੱਗੇ। ਉੱਠ ਕੇ ਸੰਤ ਜੀ ਵੱਲ ਸਿਰ ਝੁਕਾਇਆ। ਸੰਤ ਜੀ ਨੇ ਬਚਨ ਕੀਤਾ, ਨਾਨਕ ਦੁਖੀਆ ਸਭ ਸੰਸਾਰ, ਭੁਝੰਗੀ ਤਾਂ ਬਾਬਾ ਨਾਨਕ ਹੀ ਦੇ ਸਕਦਾ ਹੈ। ਗੁਰਦੁਆਰੇ ਜਾਇਆ ਕਰੋ। ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਿਹੜਾ ਗੁਰਦੁਆਰੇ ਜਾ ਕੇ ਦੀਵਾ ਜਗਾਉਂਦਾ ਹੈ, ਉਸ ਦੀ ਹਾਜ਼ਰੀ ਬਾਬੇ ਨਾਨਕ ਦੇ ਘਰ ਵਿੱਚ ਲੱਗ ਜਾਂਦੀ ਹੈ। ਝਾੜੂ ਫੇਰਨ ਵਾਲੇ ਅਤੇ ਅੰਮ੍ਰਿਤ ਵੇਲੇ ਦੀਵਾ ਜਗਾਉਣ ਵਾਲੇ ਦੀ ਹਾਜ਼ਰੀ ਜ਼ਰੂਰ ਲੱਗਦੀ ਹੈ। ਸਾਰਿਆਂ ਦਾ ਸਾਂਝਾ ਤੇ ਸਾਰਿਆਂ ਦਾ ਪੀਰ ਜੀ, ਮਾਰਫਤ ਵਾਲਾ ਬਾਬਾ ਨਾਨਕ ਫਕੀਰ ਜੀ। ਜਿਹੜਾ ਪ੍ਰਤੀਤ ਰੱਖਦਾ ਵਾ, ਗੁਰੂ ਘਰ 'ਤੇ ਯਕੀਨ ਰੱਖਦਾ ਵਾ, ਉਹਨੂੰ ਕੋਈ ਘਾਟ ਨਹੀਂ ਰਹਿੰਦੀ। ਭਰੇ ਖਜ਼ਾਨੇ ਸਤਿਗੁਰੂ ਨਾਨਕ ਦੇ। ਇੰਨੇ ਬਚਨ ਕਰਕੇ ਸੰਤ ਜੀ ਆਪਣੇ ਕੋਲ ਪਏ ਸੇਬ ਉਗੜ ਦੁਗੜ ਸੰਗਤ ਵਿੱਚ ਸੁੱਟਣ ਲੱਗ ਪਏ। ਕੋਈ ਕਿਸੇ ਨੇ ਫੜ ਲਿਆ, ਕੋਈ ਕਿਸੇ ਨੇ, ਤੇ ਇੱਕ ਸੇਬ ਅਜੀਤ ਸਿੰਘ ਦੀ ਪਤਨੀ ਦੀ ਫੈਲੀ ਹੋਈ ਝੋਲੀ ਵਿੱਚ ਵੀ ਪੈ ਗਿਆ। ਅਕਾਲ ਪੁਰਖ ਰੂਪ ਜਗਤ ਗੁਰੂ ਬਾਬਾ ਨਾਨਕ ਜੀ ਦੇ ਹੱਥ ਵਡਿਆਈਆਂ ਹਨ। ਜੋ ਉਸ ਦੇ ਪਿਆਰੇ ਜਨ ਹਨ, ਉਹ ਜੋ ਵੀ ਕਰਦੇ ਹਨ, ਪ੍ਰਭੂ ਉਹਨਾਂ ਦੀ ਮੰਨ ਲੈਂਦਾ ਹੈ। ਜੋ ਕਿਛ ਕਰੈ ਸੋਈ ਪ੍ਰਭ ਮਾਨੈ, ਹੋਏ ਰਾਮ ਨਾਮ ਰੰਗ ਰਾਤੇ। ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਪਰਮਾਤਮਾ ਆਪਣੇ ਜਨ ਕਾ ਜੈਕਾਰ ਕਰਵਾਉਂਦਾ ਹੈ। ਵਾਹਿਗੁਰੂ ਨੇ ਕਿਰਪਾ ਕੀਤੀ। ਸਮਾਂ ਪਾ ਕੇ ਅਜੀਤ ਸਿੰਘ ਦੇ ਘਰ ਪਰਮਾਤਮਾ ਨੇ ਭੁਝੰਗੀ ਦੀ ਦਾਤ ਬਖਸ਼ ਦਿੱਤੀ। ਅਜੀਤ ਸਿੰਘ, ਜੋ ਆਪਣੇ ਆਪ ਨੂੰ ਇਸ ਦੁਨੀਆ ਤੋਂ ਟੁੱਟਾ ਹੋਇਆ ਮਹਿਸੂਸ ਕਰ ਰਿਹਾ ਸੀ, ਅੱਜ ਪੁੱਤੀ ਗੰਢ ਪਵੈ ਸੰਸਾਰ ਅਨੁਸਾਰ ਇਸ ਮਿੱਠੇ ਮੇਵੇ ਦਾ ਪਿਤਾ ਬਣ ਗਿਆ। ਬੜੀਆਂ ਖੁਸ਼ੀਆਂ ਕੀਤੀਆਂ। ਬੋਹੜੀ ਸਾਹਿਬ ਤੋਂ ਜਥੇਦਾਰ ਹਰਮੀਤ ਸਿੰਘ ਜੀ ਦੇ ਖੰਡ ਪਾਠੀ ਜਥੇ ਨੇ ਜਾ ਕੇ ਖੰਡ ਪਾਠ ਸਾਹਿਬ ਕੀਤਾ ਤੇ ਅਜੀਤ ਸਿੰਘ ਸਦਾ ਲਈ ਘੁੰਮਣਾ ਵਾਲੇ ਸੰਤਾਂ ਦਾ ਪੱਕਾ ਸ਼ਰਧਾਲੂ ਬਣ ਗਿਆ। ਹਰ ਐਤਵਾਰ ਇਸ ਡੇਰੇ ਵਿਖੇ ਆ ਕੇ ਪੁੱਤਰ ਸਮੇਤ ਦੋਵੇਂ ਪਤੀ ਪਤਨੀ ਅਣਥੱਕ ਸੇਵਾ ਕਰਦੇ ਹਨ। ਧੰਨ ਬਾਬਾ ਜੀ ਨਾਨਕ ਦੇਵ, ਸਾਧ ਗੁਰੂ ਬਾਬਾ ਜੀ ਨਾਨਕ ਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।